ਅੱਜ ਦੀ ਇਸ ਵੀਡੀਓ 'ਚ ਅਸੀਂ ਡਿਸਕਸ ਕਰਾਂਗੇ ਆਇਲਸ ਦੇ 4 ਮੋਡਿਊਲ ਇੰਟਰਨੈਸ਼ਨਲ ਇੰਗਲਿਸ਼ ਲੈਂਗੁਏਜ ਟੈਸਟਿੰਗ ਸਿਸਟਮ ਦੇ ਜਿਹੜੇ 4 ਮੋਡਿਊਲ ਹੁੰਦੇ ਆ ਰੀਡਿੰਗ, ਰਾਈਟਿੰਗ, ਲਿਸਨਿੰਗ ਤੇ ਸਪੀਕਿੰਗ। ਇਹਨਾਂ 4 ਮੋਡਿਊਲਾਂ ਦੇ ਇੱਕ ਇੰਪੋਰਟੈਂਟ ਟਿਪਸ ਟੈਕਨੀਕ ਤੁਸੀਂ ਕਹਿ ਸਕਦੇ ਹੋ ਜਿਹੜੀ ਆਪਾਂ ਯੂਜ਼ ਕਰਾਂਗੇ। ਅਗਰ ਇਹ ਟੈਕਨੀਕ ਨੂੰ ਤੁਸੀਂ 15-20 ਦਿਨ ਯੂਜ਼ ਕਰੋਗੇ ਤਾਂ ਤੁਹਾਡੇ ਬੈਂਡ ਵਿੱਚ ਤੁਸੀਂ ਆਪਣੇ ਆਪ ਹੀ ਇੰਪਰੂਵਮੈਂਟ ਦੇਖੋਗੇ। ਕੀ ਨੇ ਉਹ ਟੈਕਨੀਕਸ? ਨਮਸਕਾਰ, ਮੈਂ ਸੰਦੀਪ ਸੰਗਰ, ਬ੍ਰਾਂਚ ਮੈਨੇਜਰ ਸੇਵੀ ਐਜੂਕੇਸ਼ਨ ਅਬਰੋਡ, ਤੁਹਾਡੇ ਨਾਲ ਇੱਕ ਹੋਰ ਵੀਡੀਓ ਸਾਂਝੀ ਕਰ ਰਹੇ ਹਾਂ ਜਿਹਦੇ ਨਾਲ ਤੁਸੀਂ ਆਪਣੇ ਆਇਲਸ ਦੇ ਬੈਂਡ ਨੂੰ ਇੰਪਰੂਵ ਕਰ ਸਕਦੇ ਹੋ। ਟਿਪਸ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਬਸ ਤੁਹਾਡੇ ਨਾਲ ਕੁਝ ਗੱਲਾਂ ਜਿਹੜੀਆਂ ਉਹ ਸਾਂਝੀ ਕਰਨਾ ਚਾਹੁੰਦਾ ਕਿ ਅਸੀਂ 10th ਵੀ ਪਾਸ ਆਊਟ ਕੀਤੀ ਹੋਈ ਹੈ ਤਾਂ ਹੀ ਆਪਾਂ ਫੋਰਨ ਸਟੱਡੀ ਬਾਰੇ ਸੋਚ ਰਹੇ ਹਾਂ। 10th ਕਲਾਸ ਦੇ ਵਿੱਚ ਸਾਡਾ ਇੱਕ ਸਬਜੈਕਟ ਇੰਗਲਿਸ਼ ਵੀ ਸੀਗਾ, ਆਪਾਂ ਉਹਨੂੰ ਪਾਸ ਕੀਤਾ। ਆਪਾਂ ਪੰਜਾਬੀ ਹਾਂ, ਪੰਜਾਬੀ ਕਿਸੇ ਵੀ ਕੰਮ ਤੋਂ ਨਹੀਂ ਡਰਦਾ, ਸਿਰਫ ਇੰਗਲਿਸ਼ ਲੈਂਗੁਏਜ ਤੋਂ ਆ ਕੇ ਆਪਾਂ ਪਤਾ ਨਹੀਂ ਕਿਉਂ ਡਰ ਜਾਂਦੇ ਹਾਂ। ਬਹੁਤ ਸੇ ਦਾ ਸਟੂਡੈਂਟ ਮੇਰੇ ਕੋਲ ਆਉਂਦੇ ਆ, ਸਰ ਆਇਲਸ ਨਹੀਂ ਕਰਨੀ, ਤੁਸੀਂ ਅਗਰ ਕੋਈ ਪੇਡ ਸੋਲੂਸ਼ਨ ਹੋ ਸਕਦਾ, ਡੁਪਲੀਕੇਟ ਆਇਲਸ ਬਣ ਸਕਦੀ ਆ ਉਹ ਬਣਵਾ ਦਿਓ, ਜਾਂ ਫਿਰ ਕੋਈ ਹੋਰ ਮੇਰੀ ਜਗ੍ਹਾ ਐਗਜ਼ਾਮ ਦੇ ਸਕਦਾ। ਨਵੀਂ ਆਪਾਂ ਸਕੀਮਾਂ ਲੈ ਕੇ ਆਉਂਦੇ ਹਾਂ, ਬਟ ਆਪਾਂ ਆਇਲਸ ਐਗਜ਼ਾਮ ਨਹੀਂ ਦੇਣਾ ਚਾਹੁੰਦੇ ਕਿਉਂਕਿ ਆਪਾਂ ਇੰਗਲਿਸ਼ ਲੈਂਗੁਏਜ ਤੋਂ ਡਰ ਰਹੇ ਹਾਂ। ਆਪਾਂ ਨੇ ਕੋਈ ਆਇਲਸ ਜਿਹੜਾ ਐਗਜ਼ਾਮ ਦੇਣਾ ਹੈ, ਇੰਗਲਿਸ਼ ਲੈਂਗੁਏਜ ਸਿੱਖਣੀ ਹੈ, ਉਹ ਆਪਾਂ ਇੰਨੀ ਵੀ ਨਹੀਂ ਸਿੱਖਣੀ ਕਿ ਆਪਾਂ ਅੰਗਰੇਜ਼ੀ ਬਣ ਜਾਈਏ। ਆਪਾਂ ਸਿਰਫ ਇੰਨਾ ਪੜ੍ਹਨਾ ਕਿ ਸਾਡੇ ਕਿ 6 ਬੈਂਡ ਆ ਜਾਣ। ਠੀਕ ਹੈ, 6 ਬੈਂਡ ਲੈਣਾ ਕੋਈ ਵੱਡੀ ਗੱਲ ਨਹੀਂ ਹੈ। ਅਗਰ ਤੁਸੀਂ ਇਹ ਇੱਕ ਟਿਪਸ ਵੀ ਫੋਲੋ ਕਰਦੇ ਹੋ ਤੁਹਾਡੇ ਆਰਾਮ ਨਾਲ 6 ਬੈਂਡ ਜਿਹੜੇ ਹੈ ਹਰ ਮੋਡਿਊਲ ਵਿੱਚੋਂ ਆ ਜਾਣਗੇ। ਕੀ ਨੇ ਉਹ ਟਿਪਸ? ਚਲੋ ਡਿਸਕਸ ਕਰਦੇ ਹਾਂ। ਆਪਾਂ ਲੈਂਦੇ ਹਾਂ ਪਹਿਲਾ ਮੋਡਿਊਲ ਰੀਡਿੰਗ। ਤੇ ਰੀਡਿੰਗ ਲਈ ਕੀ ਟਿਪਸ ਹੋਣਾ ਚਾਹੀਦਾ? ਹੁਣ ਰੀਡਿੰਗ, ਸਾਨੂੰ ਰੀਡਿੰਗ ਲਈ ਬਹੁਤ ਸਾਰੇ ਇੱਦਾਂ ਦੇ ਕੈਂਡੀਡੇਟਸ ਹੈਗੇ ਆ ਜਿਨ੍ਹਾਂ ਨੂੰ ਰੀਡਿੰਗ ਬਹੁਤ ਹੀ ਜ਼ਿਆਦਾ ਟਫ ਲੱਗਦੀ ਹੈ। ਉਹ ਕਹਿ ਰਹੇ ਰੀਡਿੰਗ 'ਚੋਂ ਬੈਂਡ ਨਹੀਂ ਆਉਂਦੇ। ਹੁਣ ਰੀਡਿੰਗ 'ਚੋਂ ਬੈਂਡ ਆਉਣ ਦਾ ਸਿਰਫ ਇੱਕ ਸਿੰਪਲ ਜਿਹਾ ਟਿਪਸ, ਇੱਕ ਸਿੰਪਲ ਜਿਹੀ ਟੈਕਨੀਕ ਤੁਸੀਂ ਅਪਣਾਓਗੇ, ਤੁਸੀਂ 15-20 ਦਿਨ ਬਾਅਦ ਆਪਣੇ ਆਪ ਹੀ ਉਹ 'ਚ ਇੰਪਰੂਵਮੈਂਟ ਦੇਖੋਗੇ। ਅੱਜ ਕੱਲ੍ਹ ਫੋਨ ਦਾ ਜ਼ਮਾਨਾ, ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਤੁਸੀਂ ਬੁੱਕਸ ਪੜ੍ਹੋ, ਤੁਸੀਂ ਨਿਊਜ਼ਪੇਪਰ ਪੜ੍ਹੋ। ਇੱਕ ਫੋਨ ਹੈ, ਫੋਨ 'ਤੇ ਐਪਲੀਕੇਸ਼ਨ ਡਾਊਨਲੋਡ ਕਰ ਲਓ, ਕੋਈ ਵੀ ਨਿਊਜ਼ਪੇਪਰ ਦੀ, ਇੰਗਲਿਸ਼ ਨਿਊਜ਼ਪੇਪਰ ਦੀ ਐਪਲੀਕੇਸ਼ਨ ਡਾਊਨਲੋਡ ਕਰ ਲਓ। ਤੁਸੀਂ ਦ ਹਿੰਦੂ ਦੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ, ਤੁਸੀਂ ਟਾਈਮਸ ਆਫ ਇੰਡੀਆ ਦੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ। ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਸਿਰਫ ਇੱਕ ਆਰਟੀਕਲ, ਕੋਈ ਵੀ ਇੱਕ ਆਰਟੀਕਲ ਪਿਕ ਕਰਨਾ ਹੈ ਤੇ ਉਹਨੂੰ ਰੀਡ ਕਰਨਾ ਹੈ। ਰੀਡ ਮਾਈਂਡ 'ਚ ਨਹੀਂ ਕਰਨਾ, ਬੋਲ ਕੇ ਰੀਡ ਕਰਨਾ ਹੈ। ਸਿਰਫ ਇੱਕ ਆਰਟੀਕਲ, 5 ਜਾਂ 10 ਮਿੰਟ ਲੱਗਣੇ ਆ ਤੁਹਾਨੂੰ ਇੱਕ ਆਰਟੀਕਲ ਰੀਡ ਕਰਨ ਦੇ ਵਿੱਚ। ਬਸ ਉਹ 10 ਮਿੰਟ ਅਗਰ ਤੁਸੀਂ ਡੇਲੀ ਦਾ ਇੱਕ ਆਰਟੀਕਲ ਰੀਡ ਕਰੋਗੇ, ਰੀਡ ਕਰਨ ਤੋਂ ਬਾਅਦ ਬਸ ਤੁਸੀਂ ਉਹਦਾ ਮੀਨਿੰਗ ਸੋਚਣਾ ਹੈ। ਮੀਨਿੰਗ ਆਪਣੀ ਲੈਂਗੁਏਜ ਸੋਚੋ, ਪੰਜਾਬੀ ਸੋਚੋ, ਹਿੰਦੀ ਸੋਚੋ, ਜਿਹਦੇ ਨਾਲ ਤੁਸੀਂ ਕੰਫਰਟੇਬਲ ਹੋ ਉਹਦੇ 'ਚ ਸੋਚੋ ਕਿ ਮੈਂ ਜੋ ਪੜ੍ਹਿਆ ਇਹਦਾ ਮੀਨਿੰਗ ਕੀ ਸੀਗਾ। ਜਿੱਦਾਂ ਹੀ ਤੁਸੀਂ ਇਹ 15-20 ਦਿਨ ਇਹਦੀ ਤੁਸੀਂ ਪ੍ਰੈਕਟਿਸ ਕਰਦੇ ਹੋ, ਤੁਸੀਂ ਦੇਖੋਗੇ ਤੁਹਾਡੀ ਰੀਡਿੰਗ ਆਪਣੇ ਆਪ ਇੰਪਰੂਵ ਹੋ ਜਾਏਗੀ, ਤੁਹਾਡੀ ਸਪੀਡ ਵੱਧ ਜਾਏਗੀ, ਤੁਹਾਡੀ ਪੜ੍ਹਨ ਦੀ ਸਪੀਡ ਵੱਧ ਜਾਏਗੀ, ਤੁਹਾਡੀ ਅੰਡਰਸਟੈਂਡਿੰਗ ਦੀ ਸਪੀਡ ਵੀ ਵੱਧ ਜਾਏਗੀ। ਬਸ ਇਹ 5-10 ਮਿੰਟ ਤੁਸੀਂ ਇੱਕ ਆਰਟੀਕਲ ਨੂੰ ਦੇਣੇ ਆ, ਤੁਹਾਡੀ ਰੀਡਿੰਗ ਆਪਣੇ ਆਪ ਇੰਪਰੂਵ ਹੋ ਜਾਏਗੀ। ਦੂਜੀ ਗੱਲ ਕਰਦੇ ਹਾਂ ਆਪਾਂ ਦੂਜੇ ਮੋਡਿਊਲ ਦੀ। ਦੂਜਾ ਮੋਡਿਊਲ ਸਾਡਾ ਲਿਸਨਿੰਗ। ਹੁਣ ਲਿਸਨਿੰਗ ਨੂੰ ਆਪਾਂ ਕਿੱਦਾਂ ਇੰਪਰੂਵ ਕਰ ਸਕਦੇ ਹਾਂ? ਕਿਹੜਾ ਇੱਕ ਟਿਪ, ਕਿਹੜਾ ਇੱਕ ਟੈਕਨੀਕ ਆਪਾਂ ਯੂਜ਼ ਕਰੀਏ ਕਿ ਸਾਡੀ ਲਿਸਨਿੰਗ ਜਿਹੜੀ ਹੈ ਉਹ ਇੰਪਰੂਵ ਹੋ ਜਾਏ? ਹੁਣ ਲਿਸਨਿੰਗ ਵਾਸਤੇ ਆਪਾਂ ਨੂੰ 2 ਮਹੀਨੇ ਮੰਨ ਕੇ ਚਲੋ ਕਿ 2 ਮਹੀਨੇ ਤੁਸੀਂ ਪੰਜਾਬੀ ਮੂਵੀ ਨਹੀਂ ਦੇਖਣੀ, ਤੁਸੀਂ ਹਿੰਦੀ ਮੂਵੀ ਨਹੀਂ ਦੇਖਣੀ, ਮੂਵੀ ਦੇਖੋ, ਇੰਗਲਿਸ਼ ਮੂਵੀ ਦੇਖੋ। ਠੀਕ ਹੈ, ਤੁਹਾਡਾ ਐਂਟਰਟੇਨਮੈਂਟ ਵੀ ਹੋਏਗਾ ਤੇ ਨਾਲ ਤੁਹਾਡੇ ਕੰਨ 'ਚ ਜਿਹੜਾ ਇੰਗਲਿਸ਼ ਐਕਸੈਂਟ ਹੈ ਉਹ ਵੀ ਆਏਗਾ। ਜਦੋਂ ਇੰਗਲਿਸ਼ ਐਕਸੈਂਟ ਤੁਸੀਂ ਫੜਨਾ ਸ਼ੁਰੂ ਕਰਤਾ, ਤੁਹਾਡੀ ਲਿਸਨਿੰਗ ਆਪਣੇ ਆਪ ਇੰਪਰੂਵ ਹੋਣੀ ਸ਼ੁਰੂ ਹੋ ਜਾਣੀ ਹੈ। ਇੱਕ ਮੂਵੀ ਦੇਖਣੀ ਹੈ, ਕੋਈ ਵੀ ਰਾਤ ਨੂੰ ਸੌਣ ਤੋਂ ਪਹਿਲੇ ਫੋਨ 'ਤੇ ਲਗਾ ਲਈ। ਤੁਸੀਂ ਕਿਸੇ ਵੀ ਇੱਕ OTT ਪਲੈਟਫਾਰਮ ਦੀ ਸਬਸਕ੍ਰਿਪਸ਼ਨ ਲੈ ਲਓ, ਚਾਹੇ ਤੁਸੀਂ Amazon ਪ੍ਰਾਈਮ ਦੀ ਲੈ ਲਓ, ਹੌਟਸਟਾਰ ਦੀ ਲੈ ਲਓ। ਉਹਦੇ ਵਿੱਚ ਤੁਸੀਂ ਡੇਲੀ ਦੀ ਇੱਕ ਇੰਗਲਿਸ਼ ਮੂਵੀ ਦੇਖਣੀ ਹੈ ਵਿਦ ਸਬਟਾਈਟਲ। ਠੀਕ ਹੈ, ਸਬਟਾਈਟਲ ਤੁਸੀਂ ਉੱਪਰੋਂ ਔਨ ਕਰ ਲੈਣੇ, ਥੱਲੇ ਸਬਟਾਈਟਲ ਆਉਂਦੇ ਰਹਿਣਗੇ। ਇੱਕ ਮੂਵੀ ਦੇਖਣਾ ਨਾਲ ਥੱਲੇ ਜਿਹੜਾ ਸਬਟਾਈਟਲ ਆਉਂਦੇ ਆ ਉਹ ਵੀ ਪੜ੍ਹਦੇ ਰਹਿਣਾ। ਤੁਸੀਂ 15 ਦਿਨ ਇਹ ਚੀਜ਼ ਟਰਾਈ ਕਰਕੇ ਦੇਖੋ। 15 ਦਿਨ ਦੇ ਬਾਅਦ ਤੁਹਾਨੂੰ ਆਪਣੇ ਆਪ ਹੀ ਤੁਹਾਡੀ ਲਿਸਨਿੰਗ ਦੇ ਵਿੱਚ ਇੰਪਰੂਵਮੈਂਟ ਹੋ ਜਾਏਗੀ। ਤੁਸੀਂ ਇੱਕ ਮੌਕ ਟੈਸਟ ਦਿਓ ਸਟਾਰਟਿੰਗ 'ਚ, ਮੌਕ ਟੈਸਟ ਦੇਖੋ ਤੁਹਾਡੇ ਕਿੰਨੇ ਨੰਬਰ ਆਉਂਦੇ ਆ ਲਿਸਨਿੰਗ 'ਚ। 15 ਦਿਨ ਇਹ ਟੈਕਨੀਕ ਯੂਜ਼ ਕਰੋ, 15 ਦਿਨ ਦੇ ਬਾਅਦ ਦੇਖਣਾ ਤੁਹਾਡੀ ਲਿਸਨਿੰਗ 'ਚ ਕਿੰਨੇ ਨੰਬਰ ਆ ਰਹੇ ਆ, ਆਪਣੇ ਆਪ ਤੁਹਾਨੂੰ ਇੰਪਰੂਵਮੈਂਟ ਲੱਭ ਜਾਏਗੀ। ਤੀਸਰਾ ਮੋਡਿਊਲ ਜਿਹੜਾ ਸਾਡਾ ਹੈਗਾ ਰਾਈਟਿੰਗ। ਰਾਈਟਿੰਗ ਵਾਸਤੇ ਵੀ ਤੁਹਾਨੂੰ ਮੈਂ ਕੋਈ ਇੱਦਾਂ ਦੀ ਟੈਕਨੀਕ ਨਹੀਂ ਦੱਸਾਂਗਾ, ਇੱਦਾਂ ਦਾ ਕੋਈ ਟਿਪ ਨਹੀਂ ਦੇਵਾਂਗਾ ਕਿ ਜਿਹੜੇ ਆਲਮੋਸਟ ਤੁਸੀਂ ਜੀ ਪੇਪਰ 'ਤੇ ਲਿਖੋ, ਕੋਈ ਟੌਪਿਕ ਲੈ ਲਓ। ਇਹ ਨਹੀਂ, ਫੋਨ ਹੈਗਾ, ਫੋਨ ਦੇ ਉੱਤੇ ਤੁਸੀਂ ਕੋਈ ਵੀ ਰਾਈਟਿੰਗ ਟਾਸਕ 1 ਸਰਚ ਕਰਨਾ ਗੂਗਲ 'ਤੇ। ਜਿਹੜੇ ਵੀ ਕੁਐਸਚਨ ਆਉਣਗੇ ਉਹ ਕੁਐਸਚਨ ਲੈਣਾ, ਉਹਨੂੰ ਦੇਖਣਾ ਤੇ ਫੋਨ 'ਤੇ ਹੀ ਟਾਈਪ ਕਰ ਦੇਣਾ। ਚਾਹੇ ਤੁਸੀਂ ਉਹਦਾ ਫੋਨ 'ਚ ਇੱਕ ਹੁੰਦਾ ਹੈ ਕੀਪ ਨੋਟਸ ਦੇ ਨਾਂ ਤੋਂ ਇੱਕ ਫੋਲਡਰ ਹੁੰਦਾ, ਉਹਦੇ ਵਿੱਚ ਆਪਣੇ ਨੋਟਸ ਬਣਾ ਸਕਦੇ ਹੋ, ਉਹਦੇ 'ਤੇ ਲਿਖ ਸਕਦੇ ਹੋ, ਜਾਂ ਤੁਸੀਂ WhatsApp 'ਤੇ ਆਪਣੇ ਕਿਸੇ ਫਰੈਂਡ ਨੂੰ ਲਿਖ ਕੇ ਭੇਜ ਸਕਦੇ ਹੋ। ਹੁਣ ਲਿਖਣਾ ਹੋਏਗਾ ਕੀ? ਸਾਨੂੰ ਪਤਾ ਸਾਡਾ ਐਗਜ਼ਾਮ ਜਿਹੜਾ ਅਗਰ ਆਫਲਾਈਨ ਦਿੰਦੇ ਹਾਂ ਆਪਾਂ ਪੈਨਸਿਲ ਨਾਲ ਲਿਖਣਾ ਹੁੰਦਾ, ਤੇ ਮੈਂ ਤੁਹਾਨੂੰ ਕਿਉਂ ਆਈਡੀਆ ਦੇ ਰਿਹਾ ਫੋਨ 'ਤੇ ਲਿਖਣ ਦਾ? ਫੋਨ 'ਤੇ ਲਿਖਣ ਨਾਲ ਤੁਹਾਡੇ ਮਾਈਂਡ 'ਚ ਆਈਡੀਆਜ਼ ਆਉਣਗੇ। ਆਈਡੀਆਜ਼ ਹੀ ਜ਼ਰੂਰੀ ਹੈ ਰਾਈਟਿੰਗ ਦੇ ਵਿੱਚ। ਲਿਖਣ ਨਾਲ ਸਾਡੀ ਸਪੀਡ ਤੇ ਬਣ ਜਾਏਗੀ, ਬਟ ਸਾਨੂੰ ਆਈਡੀਆ ਆਉਣੇ ਬਹੁਤ ਜ਼ਰੂਰੀ ਹੈ। ਜਦੋਂ ਤੱਕ ਸਾਡੇ ਮਾਈਂਡ 'ਚ ਆਈਡੀਆ ਨਹੀਂ ਆਉਣਗੇ ਸਾਡੀ ਰਾਈਟਿੰਗ ਇੰਪਰੂਵ ਨਹੀਂ ਹੋਏਗੀ। ਗ੍ਰਾਫ ਨੂੰ ਦੇਖ ਕੇ, ਬਾਰ ਗ੍ਰਾਫ, ਪਾਈ ਚਾਰਟ, ਲਾਈਨ ਗ੍ਰਾਫ, ਪਿਕਚਰ ਗ੍ਰਾਫ ਨੂੰ ਦੇਖ ਕੇ ਤੁਹਾਡੇ ਮਾਈਂਡ 'ਚ ਆਈਡੀਆ ਆਉਣਾ ਚਾਹੀਦਾ ਕਿ ਮੈਂ ਲਿਖਣਾ ਕੀ ਹੈ ਉਹਦੇ ਅੰਦਰ। ਉਹ ਆਏਗਾ ਕਿੱਦਾਂ? ਤੁਸੀਂ ਫੋਨ ਦੇ ਉੱਤੇ ਕੋਈ ਇਮੇਜ ਕੱਢ ਲਓ, ਉਹਦੇ ਉੱਤੇ ਸੋਚੋ ਮੈਂ ਕੀ ਲਿਖ ਸਕਦਾ, ਇਹਦੇ ਉੱਤੇ ਆਈਡੀਆ ਜਨਰੇਟ ਕਰੋ ਆਪਣੇ ਮਾਈਂਡ 'ਚ ਤੇ ਉਹਨੂੰ ਟਾਈਪ ਕਰਕੇ ਆਪਣੇ ਕਿਸੇ ਫਰੈਂਡ ਨੂੰ ਭੇਜ ਦਿਓ ਜਿਹੜਾ ਆਲਰੇਡੀ ਆਇਲਟਸ ਦੀ ਪ੍ਰੀਪਰੇਸ਼ਨ ਕਰ ਰਿਹਾ ਤੁਹਾਡੇ ਨਾਲ। ਇੱਕ ਦੂਜੇ ਨਾਲ ਤੁਸੀਂ ਸ਼ੇਅਰ ਕਰਕੇ ਰਾਈਟਿੰਗ ਆਪਣੀ ਇੰਪਰੂਵ ਕਰ ਸਕਦੇ ਹੋ। ਜਦੋਂ ਆਈਡੀਆਜ਼ ਆਉਣੇ ਸ਼ੁਰੂ ਹੋ ਗਏ ਆਪਣੇ ਆਪ ਲਿਖਣਾ ਵੀ ਸਟਾਰਟ ਹੋ ਜਾਣਾ।
ठीक है। ਅੱਗੇ ਚਲਦੇ ਹਾਂ ਸਪੀਕਿੰਗ, ਚੌਥਾ ਮੋਡਿਊਲ ਸਾਡਾ ਆਖਰੀ ਮੋਡਿਊਲ ਸਪੀਕਿੰਗ ਤੋਂ ਵੀ ਬਹੁਤ ਬੱਚੇ ਡਰਦੇ ਆ। ਸਿਰਫ ਔਰ ਸਿਰਫ ਹਾਰਡਲੀ 12 ਤੋਂ 15 ਮਿੰਟ ਦੀ ਸਪੀਕਿੰਗ ਹੁੰਦੀ ਹੈ, ਜਿਹਦੇ ਵਿੱਚ 2 ਮਿੰਟ ਤੁਸੀਂ ਕਿਊ ਕਾਰਡ ਬੋਲਣਾ ਹੁੰਦਾ ਹੈ। ਪਹਿਲੇ ਆਪ ਤੁਸੀਂ ਇੰਟਰੋਡਕਸ਼ਨ ਦੇਣੀ ਹੈ, ਹੁਣ ਆਪਣੇ ਬਾਰੇ ਬੋਲਣਾ ਹੈ, ਤੇ ਉਹ ਬੋਲਣਾ ਜ਼ਿਆਦਾ ਟਫ ਤੇ ਨਹੀਂ ਹੋਣਾ ਚਾਹੀਦਾ है ना। इंट्रोडक्शन देनी है कि माई नेम इज़ संदीप संगर, आई डन माई ग्रेजुएशन फ्रॉम AB कॉलेज पठानकोट, आफ्टर दैट आई हैव कंप्लीटेड माई MBA। बस ये सारी चीज़ां तुसीं उत्थे इंट्रोडक्शन अपनी बोलनियां होंदियां, इस तो इलावा कोई ज़्यादा चीज़ बोलनी नहीं होंदी। इन्हें तुसीं क्रैम्प भी कर सकते हो। बट स्पीकिंग नूं इंप्रूव किद्दां करना है, तो स्पीकिंग इंप्रूव करन दा सेवियर एजुकेशन अब्रॉड को एक बहुत ही वधिया टेक्नीक है जिहड़ी आपां अपने बच्चों नाल यूज़ करते हैं। वो टेक्नीक मैं इस वीडियो च डिस्कलोज तो नहीं करांगा, वो साडा एक प्राइवेट टेक्नीक हैगी है। तुसीं इत्थे आओगे, तुहाडे नाल जदों क्लासां अटेंड करोगे, तुसीं अपने आप देखोगे तुहाडी स्पीकिंग अज दी स्पीकिंग ते 1 महीने दी बाद दी स्पीकिंग च कितना ज़्यादा डिफरेंस होएगा। हुण मैं तुहानूं टिप जिहड़ा तुसीं घर बैठ के प्रैक्टिस कर सकते हो, वो टिप किहड़ा हैगा। स्पीकिंग दा जिहड़ा टिप मैं तुहानूं ये नहीं कहांगा तुसीं मिरर दे सामने खड़े होकर स्पीकिंग बोलो। यस, इहदे नाल भी इंप्रूवमेंट होंदी है, जिन्हां ने भी कोई अपना टिप्स बनाए हुए है उन्होंने इंप्रूवमेंट डेफिनेटली होएगी। पर तुसीं करना की है, आपां सिर्फ और सिर्फ फोन का ही यूज़ करना है, क्योंकि फोन एक हैबिट बन चुका है। ज़्यादा तो ज़्यादा फोन यूज़ करते हैं, मैं तुहानूं वही टिप दे रहा जिस तुसीं फोन ज़्यादा यूज़ कर सको, है ना। हुण टिप की है, तुसीं अपनी वॉइस रिकॉर्ड करनी है। कोई भी सेम गूगल ते सर्च करना है, स्पीकिंग टॉपिक कढ़िया, वॉइस रिकॉर्ड करनी है। वॉइस रिकॉर्ड करन तो बाद तुसीं शाम नूं मान लो टहलन जाते हो, वॉक करते हो, हैडफोन लगाने हैं, तो सुनना तुसीं की बोल रहे हो, ठीक है। जो तुसीं बोलोगे तुहानूं उह कमियां अपने आप दिखणगियां कि तुसीं कित्थे कित्थे अटक रहे हो, तुसीं दा साउंड प्रोड्यूस करते हो, तुसीं वर्ड नूं रिपीट करते हो अपने आप। तुसीं फिर कल सोचना नहीं मैं कल ये गलतियां नहीं करनियां, अपने आप तुहाडी इंप्रूवमेंट स्टार्ट होनी शुरू हो जानी है। तो टिप की है, जो भी तुसीं स्पीकिंग देनी है उन्होंने अपने फोन च रिकॉर्ड करो। रिकॉर्ड करन तो बाद उन्होंने सुनना, सुनन तो बाद तुसीं ओही स्पीकिंग फिर तो रिकॉर्ड करनी है। जो ओही स्पीकिंग तुसीं फिर तो रिकॉर्ड करोगे, उहदे विच तुहाडी वो गलतियां रिपीट नहीं होनी चाहिए। थोड़ा तुसीं ध्यान रखना है कि मैं ज़्यादा पॉज नहीं लेने, मैं वर्ड नूं रिपीट नहीं करना। फिलहाल सिर्फ मैं 2 मिनट बोलना है, मैं की बोल रहा वो मैटर नहीं करता, बट मैं 2 मिनट कंटीन्यूसली बोलना हैगा। ज़्यादा स्पीड भी नहीं, आराम नाल बोलना हैगा। 2 मिनट आराम नाल बोलोगे, उस तो बाद जिद्दां तुसीं मैं तुहानूं राइटिंग के टिप्स दिते हैं, उत्थों तुसीं आइडिया जनरेट करोगे, इद्दां तुहाडे स्पीकिंग भी आइडिया जनरेट होने स्टार्ट हो जाने हैं। ये चारों मॉड्यूल आपस में इंटरकनैक्ट है। तुसीं एक ते टिप अपलाई करोगे, उहदी इंप्रूवमेंट तुहानूं दूजे च भी लभेगी। इहदे नाल ही मिलदी जुलदी टेक्नीक आपां अपने स्टूडेंट नाल भी अपलाई करते हैं, तो आपां उहदे रिजल्ट देखे है कि अज दी स्पीकिंग ते महीने बाद जिहड़ी उहनां दी स्पीकिंग हुंदी है काफ़ी उहनां च फर्क आ चुका हुंदा। आई होप तुहानूं अज दे टिप्स ते टेक्नीक जिहड़ियां वो वधिया लगियां होणगियां। तुसीं इहनूं फॉलो करोगे, फॉलो करके 15 दिन तुसीं देखो तुहाडे च कितनी ज़्यादा इंप्रूवमेंट आएगी। विश यू ऑल द बेस्ट। थैंक यू।